ਪ੍ਰਾਈਮ ਏਸ਼ੀਆ ਟੀਵੀ ਦਾ ਖਾਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਗਏ ਹਾਂ। ਮੈਂ ਹਾਂ ਨਵਜੀਤ। ਹਰ ਰੋਜ਼ ਦੀ ਤਰ੍ਹਾਂ ਖਬਰਾਂ ਤੇ ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਤੇ ਉੱਘੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਮੇਰੇ ਨਾਲ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਕਰਦੇ ਖਬਰਾਂ ਤੇ ਚਰਚਾ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਨਵਜੀਤ ਜੀ। ਪੰਨੂ ਸਾਹਿਬ, ਕੈਪਟਨ ਅਮਰਿੰਦਰ ਸਿੰਘ ਨੂੰ ਕੇਂਦਰ ਵਿੱਚ ਲੈ ਕੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੋਈ ਕਹਿੰਦਾ ਕਿ ਉਪ ਰਾਸ਼ਟਰਪਤੀ ਬਣਾ ਦੇਣਾ ਹੈ, ਕੋਈ ਕਹਿੰਦਾ ਕੈਬਨਿਟ ਵਿੱਚ ਫਿੱਟ ਕਰਨਾ ਹੈ। ਤੁਸੀਂ ਦੱਸਿਓ ਇਹਨਾਂ ਦੋਹਾਂ ਵਿੱਚੋਂ ਕੀ ਹੋ ਸਕਦਾ। ਵੈਸੇ ਇਹ ਗੱਲ ਹੁੰਦੀ ਹੈ ਕਿ ਜਦੋਂ ਕੋਈ ਸੀਨੀਅਰ ਖਿਡਾਰੀ ਮੈਦਾਨ ਛੱਡ ਕੇ ਜਾਂਦਾ ਹੈ ਤੇ ਜਿਹੜੇ ਖਿਡਾਰੀ ਖੜੇ ਹੁੰਦੇ ਆ ਉਹਦਾ ਸਵਾਗਤ ਕਰਦੇ ਆ ਤੇ ਉਸ ਤੋਂ ਬਾਅਦ ਉਹ ਖਿਡਾਰੀ ਜਾਂ ਤਾਂ ਫਿਰ ਕਮੈਂਟਰੀ ਜੋਗਾ ਰਹਿ ਜਾਂਦਾ ਹੈ ਜਾਂ ਫਿਰ ਕਿਸੇ ਖੁੱਡੇ ਲਗਾ ਦਿੱਤਾ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਜਾਂ ਫਿਰ 2024 ਦੀਆਂ ਚੋਣਾਂ ਆ ਰਹੀਆਂ ਨੇ ਨਜ਼ਦੀਕ, ਇਸ ਕਰਕੇ ਇੱਕ ਵੱਡਾ ਪੱਤਾ ਖੇਲਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬਾਕੀ ਚਾਨਣਾ ਪਾਇਓ ਪੰਨੂ ਸਾਹਿਬ ਤੁਸੀਂ। ਦੇਖੋ, ਜੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਬਣਾਉਂਦੇ ਆ ਜੀ, ਬੁੱਢੇ ਬਾਰੇ ਲਾਟਰੀ ਨਿਕਲੀ ਆ, ਉਹਦੇ ਵਾਸਤੇ ਵੀ ਮਾੜਾ ਨਹੀਂ ਜੀ। ਅਸੀਂ ਪੰਜਾਬੀ ਵੀ ਇੱਥੇ ਬੈਠੇ ਉਹਦੇ ਹਜ਼ਾਰ ਨੁਕਸ ਗਿਣੀਏ। ਜੇ ਉਹਨੂੰ ਉਪ ਰਾਸ਼ਟਰਪਤੀ ਬਣਾ ਦਿੱਤਾ ਗਿਆ ਤੇ ਪੰਜਾਬੀ ਇੱਕ ਗੱਲ ਦਾ ਮਾਣ ਮਹਿਸੂਸ ਕਰਨਗੇ ਕਿ ਪਹਿਲੀ ਵਾਰ ਕੋਈ ਪੰਜਾਬੀ ਉਪ ਰਾਸ਼ਟਰਪਤੀ ਬਣਿਆ। ਉਪ ਰਾਸ਼ਟਰਪਤੀ ਤੇ ਲੋਕ ਸਭਾ ਦਾ ਸਪੀਕਰ ਲਗਭਗ ਬਰਾਬਰ ਦੇ ਅਹੁਦੇ ਗਿਣੇ ਜਾਂਦੇ ਆ ਜੀ। ਇਹਨਾਂ ਹੁੰਦਾ ਕਿ ਉਪ ਰਾਸ਼ਟਰਪਤੀ ਜੇ ਕੱਲ੍ਹ ਨੂੰ ਉੱਤੇ ਕਿਤੇ ਵੈਕੈਂਸੀ ਹੋਵੇ ਤੇ ਰਾਸ਼ਟਰਪਤੀ ਬਣ ਸਕਦਾ ਤੇ ਸਪੀਕਰ ਨਹੀਂ ਬਣ ਸਕਦਾ। ਉੱਦਾਂ ਦੋਵੇਂ ਆਪੋ ਆਪਣੇ ਹਾਊਸਾਂ ਦੇ ਉਪ ਰਾਸ਼ਟਰਪਤੀ ਰਾਜ ਸਭਾ ਦਾ ਚੇਅਰਪਰਸਨ ਹੁੰਦਾ ਤੇ ਸਪੀਕਰ ਲੋਕ ਸਭਾ ਦਾ। ਪ੍ਰਧਾਨ ਮੰਤਰੀ ਦੀ ਚੋਣ ਜਿਹੜੀ ਆ ਉਹ ਕਿਉਂਕਿ ਲੋਕ ਸਭਾ 'ਚੋਂ ਹੋਣੀ ਹੁੰਦੀ ਆ ਬਹੁ ਗਿਣਤੀ ਨਾਲ, ਇਸ ਕਰਕੇ ਸਪੀਕਰ ਦਾ ਉੱਥੇ ਰੁਤਬਾ ਵੱਧਦਾ ਤੇ ਉਪ ਰਾਸ਼ਟਰਪਤੀ ਦਾ ਇੱਧਰ ਵੱਧਦਾ। ਉਪ ਰਾਸ਼ਟਰਪਤੀ ਵਾਸਤੇ ਵੋਟਾਂ ਪੈਂਦੀਆਂ ਨੇ ਪਾਰਲੀਮੈਂਟ ਦੇ ਦੋਵੇਂ ਹਾਊਸਾਂ 'ਚੋਂ। ਜਿਹੜੇ ਚੁਣੇ ਹੋਏ ਮੈਂਬਰ ਆ ਉਹ ਪਾਉਂਦੇ ਆ, ਜਿਹੜੇ ਨਾਮੀਨੇਟਡ ਮੈਂਬਰ ਆ ਨਾਮਜ਼ਦ ਕੀਤੇ ਆ ਉਹ ਨਹੀਂ ਪਾਉਂਦੇ। ਉਹਨਾਂ ਤੋਂ ਬਿਨਾਂ ਜਿਹੜੇ ਚੁਣੇ ਹੋਏ ਮੈਂਬਰ ਉਹਨਾਂ ਦੀਆਂ ਵੋਟਾਂ ਪੈਂਦੀਆਂ ਤੇ ਉਪ ਰਾਸ਼ਟਰਪਤੀ ਚੁਣਿਆ ਜਾਂਦਾ। ਕੈਪਟਨ ਅਮਰਿੰਦਰ ਸਿੰਘ ਮੈਂ ਨਿੱਜੀ ਤੌਰ 'ਤੇ ਸਮਝਦਾ ਕਿ ਇਹ ਕੰਮ ਉਹਦੇ ਵਾਸਤੇ ਮਾਣ ਵਾਲਾ ਤੇ ਹੋਊ, ਟੌਰ ਵਾਲਾ ਵੀ ਹੋਊ, ਪਰ ਜਿੱਦਾਂ ਦੀ ਖੇਚਲ ਵਾਲਾ ਇੰਨਾ ਸੁੱਖ ਰਹਿਣਾ ਬੰਦਾ ਇੰਨੀ ਖੇਚਲ ਕਰ ਲੇਗਾ, ਮੇਰੇ ਵਾਸਤੇ ਹੈਰਾਨੀ ਵਾਲੀ ਗੱਲ ਹੈ। ਕਿਉਂਕਿ ਲੰਮਾ ਸਮਾਂ ਕੰਮ ਕਰਨ ਦੀ ਆਦਤ ਨਹੀਂ ਪਈ, ਬੜੇ ਸਾਲਾਂ ਤੋਂ ਛੱਡ ਚੁੱਕਾ, ਪਹਿਲਾਂ ਕਦੇ ਹੁੰਦੀ ਸੀ। ਉਪ ਰਾਸ਼ਟਰਪਤੀ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਬਹੁਤ ਕਰਨਾ ਪੈਂਦਾ ਜੀ। ਰਾਜ ਸਭਾ ਵੀ ਚਲਾਉਣੀ ਆ, ਨਾਲ ਰਾਜ ਸਭਾ ਦਾ ਪੂਰਾ ਜਿਹੜਾ ਸੈਕਟਰੀਏਟ ਉਹ ਸੰਭਾਲਣਾ, ਸਾਰੇ ਸਵਾਲਾਂ ਬਾਰੇ ਮੰਤਰੀਆਂ ਤੋਂ ਵੀ ਪੁੱਛਣਾ, ਆਪ ਵੀ ਹਰ ਗੱਲ ਦੀ ਇਨਫੋਰਮੇਸ਼ਨ ਰੱਖਣੀ ਹੈ। ਬਹੁਤ ਕੰਮ ਨੇ ਹਰ ਗੱਲ ਵਾਸਤੇ। ਰਾਸ਼ਟਰਪਤੀ ਜੀ ਨੂੰ ਅਪਡੇਟ ਕਰਨ ਵਾਸਤੇ ਵੀ ਜਾਣਾ, ਕਿਆ ਕੁਛ ਹੁੰਦਾ ਪਿਆ। ਉਹ ਜਿੰਨੀ ਖੇਚਲ ਮੰਗਦਾ ਕੰਮ, ਉਹਨੂੰ ਵੇਖਾਂ ਤੇ ਮੈਨੂੰ ਲੱਗਦਾ ਕਿ ਅਮਰਿੰਦਰ ਹੋਰਾਂ ਵਾਸਤੇ ਸ਼ਾਇਦ ਇਹ ਔਖਾ ਹੋਵੇ। ਇੱਕ ਤੀਸਰਾ ਪੱਖ ਹੈ ਉਹ ਇਹ ਕਿ ਜੇ ਅਮਰਿੰਦਰ ਸਿੰਘ ਆਈ ਤੇ ਆ ਜਾਵੇ, ਜਿੱਦਾਂ ਦਾ ਉਹਦਾ ਸੁਭਾਅ ਤੇ ਇੱਕ ਇਰਾਦਾ ਬਣਾ ਲਵੇ ਕਿ ਮੈਂ ਆਹ ਕੰਮ ਕਰਨਾ, ਤੇ ਫਿਰ ਅਸੀਂ ਪਿਛਲੇ ਸਮਿਆਂ 'ਚ ਵੇਖਿਆ ਕਿ ਉਹ ਕਰਨ ਤੱਕ ਕਿਸੇ ਵੀ ਹੱਦ ਤੱਕ ਚਲਾ ਵੀ ਜਾਂਦਾ। ਸਾਬਕਾ ਫੌਜੀ ਹੈ। 1965 ਦੀ ਜੰਗ ਵਿੱਚ ਉਸ ਵਕਤ ਦੇ ਮੋਰਚਾ ਕਮਾਂਡਰ ਦੇ ਨਾਲ ADC ਦੇ ਤੌਰ 'ਤੇ ਖੇਮਕਰਨ ਸੈਕਟਰ ਵਿੱਚ ਸੀ। ਇਹਨੇ ਜੰਗਾਂ ਦਾ ਇਤਿਹਾਸ ਵੀ ਲਿਖਿਆ। ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਲਾਹੌਰ ਦਰਬਾਰ ਸੀ ਉਹਦੇ ਬਾਰੇ ਵੀ ਲਿਖਿਆ ਜੀ। ਹਾਲਾਂਕਿ ਲਾਹੌਰ ਦਰਬਾਰ ਦੀ ਤੇ ਪਟਿਆਲੇ ਵਾਲਿਆਂ ਦੀ ਆਪੋ ਵਿੱਚ ਬਣਦੀ ਨਹੀਂ ਸੀ, ਦੋਵਾਂ ਰਿਆਸਤਾਂ ਦੀ, ਪਰ ਲਿਖਣ ਲੱਗਿਆ ਇਹਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਜਿਹੜੀ ਕਿਤਾਬ ਲਿਖੀ ਦ ਲਾਸਟ ਸਨਸੈਟ, ਉਹ ਬਹੁਤ ਜਾਣਕਾਰੀ ਭਰਪੂਰ ਹੈ। ਇੰਨਾ ਕਿ ਨੂੰ ਪਤਾ ਕਿ ਕਿਹੜੀ ਗੱਲ ਕਿੱਥੇ ਚੋਟ ਕਰਨੀ, ਕਿੱਥੇ ਸਹਾਰਨੀ ਹੈ ਤੇ ਕਿੱਥੇ ਚੁੱਪ ਵੱਟਣੀ ਹੈ। ਪਿਛਲਿਆਂ ਸਾਲਾਂ ਵਿੱਚ ਕੁਝ ਔਗਣ ਇੱਦਾਂ ਦੇ ਆ ਗਏ ਸੀ ਜਿਨ੍ਹਾਂ ਨੇ ਬੁੱਢੇ ਬਾਰੇ ਦੀ ਪੋਜੀਸ਼ਨ ਖਰਾਬ ਕਰ ਦਿੱਤੀ ਸੀ। ਹੁਣ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਉੱਦਾਂ ਤਾਂ ਪੰਜਾਬ ਵਿੱਚ ਕੁਛ ਇਸ ਵੇਲੇ ਦਿਸਦਾ ਨਹੀਂ ਜੀ। ਜਿਨ੍ਹਾਂ ਨੂੰ ਦਿਸਦਾ ਸੀ ਹੁਣ ਤੇ ਉਹਨਾਂ ਨੂੰ ਵੀ ਨਹੀਂ ਦਿਸਦਾ। ਬਿਲਕੁਲ। ਇਹਦੀ ਪਾਰਟੀ ਪਿਛਲੇ ਸਾਲ ਇਹਨੂੰ ਪਾਰਟੀ ਨੇ ਜਲੀਲ ਕੀਤਾ। ਪਹਿਲਾਂ ਪਾਰਟੀ ਵਾਲੇ ਵੀ ਇਹ ਤੋਂ ਜਲੀਲ ਹੁੰਦੇ ਰਹੇ ਸੀ, ਉਹ ਇਹਨੂੰ ਮਿਲਣ ਜਾਂਦੇ ਸੀ ਤੇ ਕੈਪਟਨ ਸਾਹਿਬ ਕਿਸੇ ਨੂੰ ਮਿਲਦੇ ਨਹੀਂ ਸੀ ਤੇ ਬਾਹਰ ਬੈਠੇ 2-3 ਉਹਨਾਂ ਦੇ ਦਰਬਾਰੀ ਇਹੋ ਜਿਹੇ ਸੀ ਜਿਹੜੇ ਉੱਥੇ ਆਏ ਵਿਧਾਇਕਾਂ ਨੂੰ ਵੀ ਤੇ ਵਜ਼ੀਰਾਂ ਨੂੰ ਵੀ ਧੱਕੇ ਮਾਰ ਕੇ ਭੇਜ ਦਿੰਦੇ ਸੀ। ਇੱਕ ਮੰਤਰੀ ਨੂੰ
ਕੈਪਟਨ ਅਮਰਿੰਦਰ ਸਿੰਘ ਦੇ ਇੱਕ ਬਹੁਤਾ ਚੰਬੜਾਏ ਹੋਏ ਅਫਸਰ ਨੇ ਮੰਗਤੇ ਤੱਕ ਕਹਿ ਦਿੱਤਾ ਤੇ ਉਦੋਂ ਆਖਿਆ ਜਦੋਂ ਉਹਦਾ ਜਵਾਈ ਨਾਲ ਖੜਾ ਸੀ। ਤੇ ਇਹੋ ਜਿਹੀ ਗੱਲ ਮੰਤਰੀ ਕਿਉਂ ਸਾਰਦਾ? ਉਹ ਜਿਹੜੀ ਭੈੜੀ ਟੀਮ ਨਾਲ ਲੱਗੀ ਸੀ, ਉਹਨਾਂ 'ਚ ਗੁਣ ਜਿੰਨੇ ਮਰਜ਼ੀ ਹੋਣ, ਮੂੰਹ ਦੇ ਜਿੰਨੇ ਵਿਗੜੇ ਹੋਏ ਸਨ, ਉਹ ਸਾਰੇ ਵਿਗਾੜਿਆਂ ਨੂੰ ਆਪਣੇ ਨਾਲ ਨੇ ਰੱਖਿਆ ਹੀ ਕਿਉਂ ਸੀ? ਜੀ, ਅਕਸ ਬਹੁਤ ਖਰਾਬ ਕਰਕੇ ਗਿਆ। ਫਿਰ ਪੰਜਾਬ ਲੋਕ ਕਾਂਗਰਸ ਬਣਾ ਲਈ, ਨਾ ਕਾਂਗਰਸ ਕੋਲ ਰਹੀ ਨਾ ਲੋਕ ਕੋਲ ਰਹੇ। ਤੇ ਜੇ ਹੁਣ ਐਸ ਉਮਰ ਜਾ ਕੇ ਉਹਨੂੰ ਇਹੋ ਜਿਹਾ ਉਪ ਰਾਸ਼ਟਰਪਤੀ ਵਗੈਰਾ ਦਾ ਅਹੁਦਾ ਮਿਲਦਾ ਤੇ ਕੋਈ ਹਰਜ ਨਹੀਂ। ਇਹਦੇ ਪਿਤਾ ਜੀ ਰਾਜਾ ਵੀ ਹੁੰਦੇ ਸੀ। ਫਿਰ ਜਦੋਂ ਰਾਜ ਨਾ ਰਹੇ ਤੇ ਪਟਿਆਲਾ ਤੇ ਈਸਟ ਪੰਜਾਬ ਦੀਆਂ ਸਾਰੀਆਂ ਜਿਹੜੀਆਂ ਰਿਆਸਤਾਂ, ਉਹਨਾਂ ਦੀ ਯੂਨੀਅਨ ਬਣਾ ਕੇ ਇੱਕ ਸਾਂਝੀ ਸਟੇਟ ਬਣਾ ਲਈ ਪੈਪਸੂ, ਉਹਦੇ ਰਾਜ ਪ੍ਰਮੁੱਖ ਵੀ ਰਹੇ। ਫਿਰ ਜਦੋਂ ਰਾਜ ਪ੍ਰਮੁੱਖ ਦੇ ਅਹੁਦੇ ਖਤਮ ਕਰ ਦਿੱਤੇ ਤੇ ਉਦੋਂ ਨੀਦਰਲੈਂਡ ਤੇ ਕਈ ਹੋਰ ਦੇਸ਼ਾਂ ਦੇ ਵਿੱਚ ਤੇ UNO 'ਚ ਵੀ ਭਾਰਤ ਦੇ ਦੂਤ ਰਹੇ। ਜੇ ਮੈਂ ਭੁੱਲਦਾ ਨਹੀਂ ਤੇ ਉਹਨਾਂ ਦਾ ਦੇਹਾਂਤ ਵੀ ਨੀਦਰਲੈਂਡ 'ਚ ਹੋਇਆ ਸੀ। ਕੈਪਟਨ ਅਮਰਿੰਦਰ ਸਿੰਘ ਦੇ ਮਾਤਾ, ਇਹਨਾਂ ਦੇ ਪਿਤਾ ਜੀ ਦੇ 2 ਵਿਆਹ ਸੀ। ਪਹਿਲੀ ਬੀਬੀ ਦਾ ਨਾਮ ਮਹਿੰਦਰ ਕੌਰ ਸੀ, ਉਹਦੇ ਬੱਚਾ ਨਹੀਂ ਸੀ ਕੋਈ ਹੋਇਆ ਜਿੰਨੀ ਕੁ ਮੇਰੀ ਜਾਣਕਾਰੀ ਹੈ। ਦੂਸਰੀ ਦਾ ਨਾਮ ਮਹਿੰਦਰ ਕੌਰ ਸੀ, ਪਰ ਇੱਕੋ ਘਰ 'ਚ ਆ ਕੇ 2 ਮਹਿੰਦਰ ਕੌਰ ਫਿਰ ਭੁਲੇਖਾ ਪੈਂਦਾ ਸੀ, ਉਹਦਾ ਨਾਮ ਮਹਿਤਾਬ ਕੌਰ ਰੱਖਤਾ ਸੀ। ਉਹ ਬੀਬੀ ਮਹਿਤਾਬ ਕੌਰ ਬੜੀ ਇੱਜ਼ਤਦਾਰ ਔਰਤ ਸੀ। ਉਹਨੇ 1967 ਦੇ ਵਿੱਚ ਕਾਂਗਰਸ ਵੱਲੋਂ ਪਾਰਲੀਮੈਂਟ ਚੋਣ ਵੀ ਜਿੱਤੀ ਤੇ ਐਮਰਜੈਂਸੀ ਵੇਲੇ ਇੰਦਰਾ ਗਾਂਧੀ ਨਾਲ ਆਡਾ ਲਾ ਲਿਆ ਤੇ ਬਾਅਦ 'ਚ ਜਨਤਾ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਵੀ ਰਹੇ ਸੀ। ਇਹ ਇੱਕ ਇਹਨਾਂ ਦੇ ਪਰਿਵਾਰ ਦਾ ਇਤਿਹਾਸ ਆਪਣੀ ਥਾਂ ਹੈ। ਲੋਕਾਂ ਨੂੰ ਇਹ ਤਾਂ ਪਤਾ ਕਿ ਉਸ ਵਕਤ ਇਹ ਸਾਰੇ ਰਾਜਿਆਂ ਨੂੰ ਇਕੱਠੇ ਕਰਕੇ ਭਾਰਤ ਵਿੱਚ ਰੱਖਣ 'ਚ ਇਸ ਪਰਿਵਾਰ ਦਾ ਯੋਗਦਾਨ ਸੀ। ਤੇ ਜਿਹੜੇ ਸਿੱਖ ਤੇ ਹਿੰਦੂ ਪਾਕਿਸਤਾਨ ਤੋਂ ਉਜੜ ਕੇ ਆਏ, ਉਹਨਾਂ ਨੂੰ ਪਟਿਆਲੇ 'ਚ ਵਸਾਉਣ ਵਾਸਤੇ ਜਿਸ ਤਰ੍ਹਾਂ ਇਸ ਪਰਿਵਾਰ ਨੇ ਸਾਰੇ ਦਰਵਾਜ਼ੇ ਖੋਲ੍ਹਤੇ ਸੀ, ਅੱਜ ਤੱਕ ਉਹਨਾਂ ਉਸ ਪੀੜ੍ਹੀ ਦੇ ਲੋਕਾਂ 'ਚ ਜਿਹੜੇ ਜਿਉਂਦੇ ਉਹ ਯਾਦ ਕਰਦੇ ਆ ਤੇ ਆਪਣੇ ਬੱਚਿਆਂ ਨੂੰ ਦੱਸ ਕੇ ਗਏ। ਔਰ ਦੋਵੇਂ ਬੀਬੀਆਂ ਜਿਹੜੀਆਂ ਸੀ ਅੱਡ-ਅੱਡ ਥਾਵਾਂ 'ਤੇ ਲੋਕਾਂ ਦੇ ਜਿਹੜੇ ਲੰਗਰ ਚੱਲਦੇ ਸੀ ਉਹਨਾਂ ਸ਼ਰਨਾਰਥੀਆਂ ਵਾਸਤੇ, ਉਹਨਾਂ 'ਚ ਰਾਤ ਦਿਨ ਸੇਵਾ ਕਰਦੀਆਂ ਰਹੀਆਂ ਸੀ। ਉਹ ਵੀ ਗੱਲ ਹੈਗੀ। ਮੈਂ ਫਿਰ ਕਹਿੰਦਾ ਕਿ ਕੈਪਟਨ ਅਮਰਿੰਦਰ ਸਿੰਘ ਇਹ ਪਦਵੀ ਲੈ ਲਿਆ, ਪੰਜਾਬ ਦੇ ਲੋਕਾਂ ਨੂੰ ਬੁਰੀ ਨਹੀਂ ਲੱਗੂ। ਉਹ ਸਮਝਣਗੇ ਕਿ ਇੱਕ ਸਿੱਖ ਇੱਕ ਪੰਜਾਬੀ ਚਲੋ ਫਿਰ ਕੇਂਦਰ ਦੀ ਕਿਸੇ ਪਦਵੀ 'ਤੇ ਚਲਾ ਗਿਆ, ਪਰ ਲਵੇ ਤਾਂ ਜੇ ਕੰਮ ਕਰਨਾ ਹੋਵੇ, ਕੱਲ੍ਹ ਨੂੰ ਪੋਜੀਸ਼ਨ ਖਰਾਬ ਨਾ ਕਰੇ। ਇਹ ਉਹਦਾ ਲੈਣ ਤੋਂ ਹਾਂ ਕਰਨ ਤੋਂ ਪਹਿਲਾਂ 5 ਵਾਰ ਸੋਚ ਲੈਣਾ ਚਾਹੀਦਾ, ਮੁੜ ਕੇ ਫਿਰ ਮੌਕਾ ਨਹੀਂ ਰਹਿੰਦਾ। ਬੈਠਣ ਦਾ ਕੰਮ ਆ। ਸਿਹਤ ਵੀ ਸਾਹਿਬ ਠੀਕ ਨਹੀਂ, ਬਾਕੀ ਸਾਰਾ ਕੁਝ ਉਹ ਸਿਹਤ ਸਭ ਠੀਕ ਹੋ ਜਾਂਦੀ ਹੈ ਜੀ। ਖੁਦਾ ਜਾ ਹੁਸਨ ਦੇਤਾ ਹੈ, ਨਜ਼ਾਕਤ ਆ ਹੀ ਜਾਤੀ ਹੈ। ਜਦੋਂ ਅਹੁਦੇ ਮਿਲਦੇ ਆ, ਬੜੇ ਲੋਕ ਹੈ ਜਿਹੜੇ ਅਹੁਦਿਆਂ ਦੇ ਨਾਲ ਨਾਲੇ ਤੁਰੇ ਜਾਂਦੇ ਆ, ਜਦੋਂ ਅਹੁਦੇ ਖੁੱਸ ਜਾਣ ਤੇ ਫਿਰ ਉਦੋਂ ਮੰਜੇ ਤੇ ਪੈ ਜਾਂਦੇ ਆ। ਅਮਰਿੰਦਰ ਸਿੰਘ ਏਡਾ ਨਹੀਂ ਹੈ, ਇੰਨੀ ਸਿਹਤ ਨੂੰ ਕੁਝ ਨਹੀਂ ਹੋਇਆ ਜੀ। ਤੇ ਪਰਮ ਸਾਹਿਬ ਜੇਕਰ ਫਿਰ ਘਪਲਿਆਂ ਦੀ ਗੱਲ ਕਰੀਏ ਤੇ ਅੱਜ ਇੱਕ 44,000 ਕਰੋੜ ਦਾ ਇੱਕ ਹੋਰ ਘਪਲਾ ਹੈ। ਮਾਮਲਾ ਪੁਰਾਣਾ ਹੈ, ਤੁਸੀਂ ਵੀ ਜ਼ਿਕਰ ਕੀਤਾ ਸੀ ਪ੍ਰੋਗਰਾਮ ਦੇ ਵਿੱਚ। ਤੇ ਇੱਕ ਇਹ ਗੱਲ ਦੱਸਿਓ ਕਿ ਇੰਨੇ ਘਪਲੇ ਸਾਹਮਣੇ ਆਈ ਜਾਂਦੇ ਆ, ਕਦੀ 10,000, ਕਦੀ 400 ਕਰੋੜ, ਕਦੀ 2 ਕਰੋੜ ਦਾ, ਕਦੀ 10 ਕਰੋੜ ਦਾ। ਇਹ ਹੁਣ ਇੰਨਾ ਵੱਡਾ ਘਪਲਾ ਹੈ, ਸਰਕਾਰ ਕਾਰਵਾਈ ਕਰੇਗੀ ਕਿ ਨਹੀਂ? ਇਹ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਪੁੱਛਿਆ। ਸੁਖਪਾਲ ਸਿੰਘ ਖਹਿਰੇ ਨੇ ਅੱਜ ਇਹ ਮਸਲਾ ਬਹੁਤ ਵੱਡਾ ਬਣਾ ਕੇ ਪੇਸ਼ ਕਰ ਦਿੱਤਾ। ਇਹ ਮਸਲਾ ਉਹ ਆ ਜਿਹੜਾ ਮਾਰਚ ਦੇ ਆਖਰੀ ਹਫ਼ਤੇ ਅਸੀਂ ਇਸ ਪ੍ਰੋਗਰਾਮ 'ਚ ਪੇਸ਼ ਕੀਤਾ ਸੀ, ਤੁਸੀਂ ਤੇ ਮੈਂ ਜੀ। ਸਵਾਲ ਤੁਸੀਂ ਪੁੱਛਿਆ ਸੀ, ਬੋਲਣਾ ਮੈਨੂੰ ਪਿਆ ਸੀ। ਸਾਰੇ ਲੋਕ ਹਿੰਦੁਸਤਾਨ ਦੇ ਜਾਣਦੇ ਆ, ਖਾਸ ਕਰਕੇ ਫੌਜੀ ਭਾਈਚਾਰਾ ਜਾਣਦਾ ਕਿ ਜਨਰਲ ਸਤਬੀਰ ਸਿੰਘ ਜਿਹੜੇ 1 ਰੈਂਕ 1 ਪੈਨਸ਼ਨ ਵਾਲੇ ਮੁੱਦੇ ਤੇ ਲੜਦੇ ਰਹੇ, ਅਜੇ ਤੱਕ ਵੀ ਲੜੀ ਜਾਂਦੇ ਆ। ਉਹਨਾਂ ਦੇ ਸ਼ਾਗਿਰਦਾਂ 'ਚੋਂ ਇੱਕ ਕੈਪਟਨ ਯੋਵਿੰਦਰ ਮਾਟਾ, ਪਹਿਲਾਂ ਫੌਜ ਦੀ ਸ਼ਾਨਦਾਰ ਨੌਕਰੀ ਕਰਕੇ ਆ, ਫਿਰ ਪੰਜਾਬ 'ਚ ਆ ਕੇ ਐਕਸਾਈਜ਼ ਵਿਭਾਗ ਦਾ ਬਹੁਤ ਵੱਡਾ ਅਫਸਰ ਰਿਹਾ। ਇਹ ਸਾਰਾ ਸਕੈਂਡਲ ਉਹਨੇ ਲੱਭਿਆ ਸੀ। 44,000 ਕਰੋੜ ਰੁਪਏ ਦਾ ਸਕੈਂਡਲ ਆ। ਕਿਸੇ ਨੂੰ ਡਾਕੂਮੈਂਟਸ ਚਾਹੀਦੇ ਹੋਣ ਤੇ ਮੇਰੇ ਤੋਂ ਲੈ ਲਵੇ, ਮੇਰੇ ਕੋਲ ਪਏ ਆ ਸਾਰੇ। ਕੈਪਟਨ ਯੋਵਿੰਦਰ ਮਾਟਾ ਨੂੰ ਖੂੰਜੇ ਲਾਉਣ ਵਾਸਤੇ, ਉਹਦਾ ਨੁਕਸਾਨ ਕਰਨ ਵਾਸਤੇ ਕਿਹੜੀਆਂ ਕੋਸ਼ਿਸ਼ਾਂ ਨਹੀਂ ਹੋਈਆਂ, ਪਰ ਇਹ ਜਿਹੜਾ 44,000 ਕਰੋੜ ਦਾ ਸਕੈਂਡਲ ਅੱਜ ਸੁਖਪਾਲ ਸਿੰਘ ਖਹਿਰੇ ਨੇ ਕੱਢਿਆ, ਤੇ ਜਿਹੜਾ ਮਾਰਚ ਦੇ ਆਖਰੀ ਹਫ਼ਤੇ ਇਹਦੇ ਤੋਂ ਅੱਜ ਤੋਂ ਮਤਲਬ 3 ਮਹੀਨੇ ਪਹਿਲਾਂ ਮੈਂ ਵੀ ਕਹਿ ਚੁੱਕਾ, ਉਹ ਰਾਤੋਂ ਰਾਤ ਨਹੀਂ ਹੋ ਗਿਆ। ਉਹ 2012 ਤੋਂ ਹੋਣਾ ਸ਼ੁਰੂ ਹੋਇਆ।
ਜੀ ਜਦੋਂ ਪੰਜਾਬ 'ਚ ਅਕਾਲੀ ਭਾਜਪਾ ਸਰਕਾਰ ਸੀ। 13 14 15 16 17 18 ਜਿੰਨੇ ਮਰਜ਼ੀ ਗਿਣੇ ਜਾਓ, ਅਕਾਲੀ ਭਾਜਪਾ ਰਾਜ 'ਚ ਵੀ ਹੋਇਆ, ਕਾਂਗਰਸੀ ਰਾਜ ਵਿੱਚ ਵੀ ਹੋਇਆ। ਵਗਦੀ ਗੰਗਾ 'ਚੋਂ ਸਾਰਿਆਂ ਨੇ ਹੱਥ ਧੋਤੇ ਪਿਆ ਔਰ ਬਹੁਤ ਸਾਰੇ ਅਫਸਰ ਇਹ 'ਚ ਸ਼ਾਮਲ ਹੈ। ਪੁਲਿਸ ਦੇ 2-3 ਅਫਸਰਾਂ ਦਾ ਨਾਂ ਆਉਂਦਾ। ਕੈਪਟਨ ਮਾਟਾ ਸਾਫ਼ ਕਹਿੰਦੇ ਆ ਕਿ ਉਹਨਾਂ ਨੇ ਮੈਨੂੰ ਸੱਦ ਕੇ ਘੂਰਿਆ, ਝਿੜਕਿਆ ਵੀ ਤੂੰ ਇਹ ਮੁੱਦਾ ਚੁੱਕੀ ਜਾਣਾ, ਤੂੰ ਆਪਣਾ ਨੁਕਸਾਨ ਤਾਂ ਨਹੀਂ ਕਰਾਉਣਾ। ਹੁਣ ਕਰੀਏ ਕੀ? ਜਿਨ੍ਹਾਂ ਦੀ ਜ਼ਿੰਮੇਵਾਰੀ ਪੜਤਾਲ ਦੀ ਲੱਗੀ ਹੋਵੇ, ਜੋ ਪੜਤਾਲ ਕਰਨ ਦੀ ਥਾਂ ਤੇ ਸ਼ਿਕਾਇਤ ਕਰਨ ਵਾਲੇ ਨੂੰ, ਸੱਚ ਜਿਹੜਾ ਵਾ ਸਾਹਮਣੇ ਲਿਆਉਣ ਵਾਲੇ ਨੂੰ ਝਿੜਕਣ ਲੱਗ ਜਾਣ, ਬੰਦਾ ਜਾਊਗਾ ਕਿੱਥੇ? ਜਦੋਂ ਰਵੀ ਸਿੱਧੂ ਵਾਲਾ ਕੇਸ ਹੋਇਆ ਸੀ, ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਗਾਈਟਡ ਪੋਸਟਾਂ ਪੁਲਿਸ ਦੇ ਡੀਐਸਪੀ ਦੀਆਂ ਤੇ ਪੀਸੀਐਸ ਅਫਸਰਾਂ ਦੀਆਂ ਵੇਚਦਾ ਫੜਿਆ ਗਿਆ ਸੀ। ਉਦੋਂ ਕੁਝ ਇਹੋ ਜਿਹੇ ਲੋਕਾਂ ਦੇ ਨਾਂ ਆਏ ਸਨ ਜਿਹੜੇ ਨਿਆਂਪਾਲਕਾਂ ਨਾਲ ਜੁੜੇ ਸੀ, ਤੇ ਪੰਜਾਬ ਦੇ ਬਹੁਤ ਸਤਿਕਾਰੇ ਹੋਏ ਐਡਵੋਕੇਟ ਗੁਰਦਰਸ਼ਨ ਸਿੰਘ ਗਰੇਵਾਲ ਹੋਰਾਂ ਨੂੰ ਮੈਂ ਇੱਥੋਂ ਜਲੰਧਰੋਂ ਚੱਲ ਕੇ ਮਿਲਣ ਗਿਆ ਤੇ ਉਹਨੇ ਮੈਨੂੰ ਪੁੱਛਿਆ ਕਿ ਕਿੱਦਾਂ ਏਡੀ ਦੂਰੋਂ ਆਇਆ, ਕੋਈ ਜ਼ਰੂਰੀ ਕੰਮ ਸੀ? ਮੈਂ ਕਿਹਾ ਜੀ ਇੱਕ ਸਵਾਲ ਸੀ ਜਿਹਦਾ ਜਵਾਬ ਨਹੀਂ ਸੁੱਝਦਾ ਪਿਆ। ਕਹਿੰਦੇ ਕੀ? ਮੈਂ ਕਿਹਾ ਜੇ ਲੋਕੀ ਪਾਪ ਧੋਣ ਵਾਸਤੇ ਗੰਗਾ ਡੁਬਕੀ ਲਾਉਣ ਜਾਂਦੇ ਆ ਤੇ ਰਾਜ ਕਪੂਰ ਕਹਿੰਦਾ ਸੀ ਰਾਮ ਤੇਰੀ ਗੰਗਾ ਮੈਲੀ ਹੋ ਗਈ। ਜੇ ਗੰਗਾ 'ਚ ਗੰਗੋਤਰੀ 'ਚ ਗੰਦ ਪੈ ਜੇ ਤੇ ਲੋਕੀ ਨਹਾਉਣਗੇ ਕਿੱਥੇ? ਜੀ। ਤੇ ਗੁਰਦਰਸ਼ਨ ਸਿੰਘ ਗਰੇਵਾਲ ਹੋਰਾਂ ਨੇ ਨਾ ਮੈਨੂੰ ਚਾਹ ਪਿਆਈ, ਬੋਲੇ ਕੁਛ ਨਹੀਂ। ਜਾਣ ਲੱਗਾ ਕਹਿੰਦੇ ਮੈਂ ਸਮਝ ਗਿਆ। ਉਹਦੇ ਤੋਂ 1 ਘੰਟਾ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਦੀ ਬਾਰ ਕੌਂਸਲ ਜਿਹੜੀ ਆ ਉਹਦੇ 'ਚ ਬਾਰ ਦੇ ਵਿੱਚ ਜਾ ਕੇ ਉੱਥੇ ਉਹਨਾਂ ਨੇ ਵੀ ਮੁੱਦਾ ਛੇੜਿਆ। ਪਹਿਲਾਂ ਜਿਹੜੇ ਸਾਬਕਾ ਐਡਵੋਕੇਟ ਜਨਰਲ ਕਲੱਬ ਆ ਉਹਦੇ 'ਚ ਗੱਲ ਕੀਤੀ, ਫਿਰ ਵਕੀਲਾਂ 'ਚ ਕੀਤੀ। ਉਹ ਮੁੱਦਾ ਉਦੋਂ ਉਛਲਿਆ ਸੀ, ਗੁਰਦਰਸ਼ਨ ਸਿੰਘ ਗਰੇਵਾਲ ਹੋਰਾਂ ਨੇ ਉਛਾਲਿਆ ਸੀ। ਅੱਜ ਫਿਰ ਮੈਂ ਸਵਾਲ ਪੁੱਛਦਾ ਵੀ ਜੇ 44,000 ਕਰੋੜ ਦਾ ਘਪਲਾ ਜਿਹਦੇ 'ਚ ਪਿਛਲੀਆਂ 2 ਸਰਕਾਰਾਂ ਸ਼ਾਮਲ ਹੋਣ, ਉਸ ਘਪਲੇ ਤੋਂ, ਉਸ ਗੰਦ ਦੀ ਕੜਾਈ ਤੋਂ ਇੱਕ ਬੰਦਾ ਢੱਕਣ ਚੁੱਕਣ ਦੀ ਜੁਰਤ ਕਰਦਾ, ਔਰ ਬੰਦਾ ਵੀ ਉਹ ਜਿਹੜਾ ਮਾਣਮੱਤੀ ਫੌਜ ਦੀ ਨੌਕਰੀ ਕਰਕੇ ਆਇਆ, ਤੇ ਇੱਥੇ ਵੀ ਰਿਕਾਰਡ ਸਾਫ਼ ਹੈ ਜਿਹਦੇ ਉੱਤੇ ਉਹ ਫੌਜੀ ਜਰਨੈਲ ਵੀ ਮਾਣ ਕਰਦੇ ਆ ਕਿ ਸਾਡਾ ਸਟੂਡੈਂਟ। ਜੇ ਉਲਟਾ ਉਹਨੂੰ ਆਖਣਾ ਕਿ ਤੂੰ ਕੋਈ ਆਪਣਾ ਨੁਕਸਾਨ ਤਾਂ ਨਹੀਂ ਕਰਾਉਣਾ, ਇਹ ਤਾਂ ਫਿਰ ਉਹ ਹੈ ਕਿ ਜੇ ਗੰਗੋਤਰੀ 'ਚ ਗੰਦ ਪੈ ਜੇ ਫਿਰ ਬੰਦਾ ਨਹਾਉਣ ਕਿੱਥੇ ਜਾਵੇਗਾ? ਉਹ ਰਾਜ ਕਪੂਰ ਰਹਿ ਤਾਂ ਗਿਆ ਨਹੀਂਗਾ ਜਿਹਨੂੰ ਪੁੱਛੀਏ ਜੀ ਕਿ ਰਾਮ ਤੇਰੀ ਗੰਗਾ ਮੈਲੀ ਹੋ ਗਈ, ਪਾਪੀਆਂ ਕੇ ਪਾਪ ਧੋਤੇ ਧੋਤੇ, ਅੱਗੋਂ ਹੁਣ ਕੀ ਕਰਨਾ ਚਾਹੀਦਾ? ਇਹ ਮਸਲਾ ਗੰਭੀਰ ਹੈ ਤੇ ਅੱਜ ਸੁਖਪਾਲ ਸਿੰਘ ਖਹਿਰੇ ਨੇ ਜਦੋਂ ਚੁੱਕਿਆ, ਹੁਣ ਇਹਦੇ ਉੱਤੇ ਅਗਲਿਆਂ ਦਿਨਾਂ ਦੇ ਵਿੱਚ ਰਾਜਨੀਤੀ ਹੋਵੇਗੀ। ਵੇਖਾਂਗੇ ਵੀ ਦੂਸਰੇ ਹੀ ਚਾਂਦਬਾਜ਼ੀ ਕਰਦੇ ਆ ਕਿ ਉਹਨਾਂ ਵਿੱਚੋਂ ਵੀ ਕੋਈ ਬੋਲਦਾ ਜੀ ਜਿਹੜੇ ਉਹਨਾਂ 2 ਸਰਕਾਰਾਂ 'ਚ ਸ਼ਾਮਲ ਸੀ। ਬਿਲਕੁਲ ਦੇਖਣ ਵਾਲੀ ਗੱਲ ਹੈ ਪਰਮ ਸਾਹਿਬ, ਕਿਉਂਕਿ ਮੁੱਦਾ ਬਹੁਤ ਗੰਭੀਰ ਹੈ। ਅੱਗੇ ਵਧਦੇ ਹਾਂ। ਭਾਰਤ ਵਿੱਚ ਧਾਰਮਿਕ ਵਿਤਕਰੇ ਨੂੰ ਲੈ ਕੇ ਇੱਕ ਰਿਪੋਰਟ ਆਈ ਹੈ ਅਮਰੀਕਾ ਤੋਂ। ਰਿਪੋਰਟ ਚਿੰਤਾ ਪੈਦਾ ਕਰਨ ਵਾਲੀ ਹੈ ਤੇ ਅਮਰੀਕਾ ਨੇ ਵੀ ਚਿੰਤਾ ਕੀਤੀ ਹੈ। ਤੁਸੀਂ ਕਿਵੇਂ ਦੇਖਦੇ ਹੋ ਇਸ ਰਿਪੋਰਟ ਨੂੰ ਤੇ ਕੀ ਹੈ ਇਸ ਵਿੱਚ ਖਾਸ? ਦੇਖੋ, ਸਾਡੇ ਦੇਸ਼ ਵਿੱਚ ਧਾਰਮਿਕ ਵਿਤਕਰੇ ਹੈਗੇ ਨੇ। ਮੈਂ ਹੁਣੇ ਇੱਕ ਉਰਦੂ ਦੇ ਸ਼ਾਇਰ ਦੀਆਂ ਉਹਦੇ ਮਤਲਬ ਦੀਆਂ ਗਜ਼ਲਾਂ ਸੁਣਦਾ ਹਟਿਆ। ਉਹ ਕਹਿੰਦਾ ਮੈਂ ਇਹੋ ਜਿਹੀ ਇੱਕ ਵੀ ਮਿਸਾਲ ਨਹੀਂ ਵੇਖੀ ਕਿ ਖੁਦਾ ਨੇ ਆ ਕੇ ਹਿੰਦੂ ਦੇ ਘਰ ਨੂੰ ਅੱਗ ਲਾਈ ਹੋਵੇ ਜਾਂ ਰਾਮ ਨੇ ਕਿਸੇ ਮੁਸਲਮਾਨ ਦਾ ਨੁਕਸਾਨ ਕੀਤਾ ਹੋਵੇ। ਉਹ ਕਹਿੰਦਾ ਸਾਰਾ ਕੁਝ ਇੱਥੇ ਸਿਰ ਫਿਰੇ ਕਰਦੇ ਨੇ ਔਰ ਸਾਨੂੰ ਪਤਾ ਕਰਦੇ ਨੇ ਆ ਜੋ ਕੁਛ ਹੁੰਦਾ ਪਿਆ। ਜਿਹਨੇ ਪਹਿਲਾ ਬਿਆਨ ਦਿੱਤਾ, ਜਿਹੜਾ ਉਸ ਤੋਂ ਬਾਅਦ ਜਾ ਕੇ 2 ਬੰਦਿਆਂ ਨੇ 1 ਬੰਦਾ ਮਾਰ ਦਿੱਤਾ, ਉਹ ਸਭ ਕੁਝ ਹੁੰਦਾ ਪਿਆ। ਸਾਡੇ ਦੇਸ਼ 'ਚ ਕਿਹੜੇ ਕਪੱਤ ਨਹੀਂ ਹੋਏ। ਅਸੀਂ ਇਸ ਗੱਲ ਬਾਰੇ ਸ਼ਰਮਿੰਦੇ ਹਾਂ, ਇਸ ਗੱਲ ਨੂੰ ਮੰਨਦੇ ਹਾਂ ਕਿ ਸਾਡੇ ਕੋਲ ਹੈਗਾ। ਅਸੀਂ ਆਪਣਾ ਘਰ ਦਰੁਸਤ ਕਰੀਏ। ਸਾਡਾ ਦੇਸ਼ ਹੈ, ਚੰਗਾ ਹੈ, ਮਾੜਾ ਹੈ, ਸਾਡਾ ਹੈ। ਸਾਡੀ ਸਰਕਾਰ ਕੇਂਦਰ ਦੀ ਗਲਤ ਹੈ ਕਿ ਰਾਜ ਦੀ ਗਲਤ ਹੈ, ਜੋ ਅਸੀਂ ਉਹਦੇ ਖਿਲਾਫ ਲੜਾਂਗੇ ਤੇ ਹੱਦ ਤੱਕ ਲੜਦੇ ਵੀ ਹਾਂ। ਸਵਾਲ ਇਹ ਹੈ ਕਿ ਅਮਰੀਕਾ ਸਾਨੂੰ ਮੱਤਾਂ ਦੇਣ ਵਾਲਾ ਕੌਣ ਹੁੰਦਾ? ਛੱਜ ਤਾਂ ਬੋਲੇ, ਛਾਨਣੀ ਕਿਉਂ ਬੋਲੇ? ਜਿਹੜੇ ਅਮਰੀਕਾ 'ਚ ਰੰਗ ਵੇਖ ਕੇ ਪੁਲਿਸ ਵਾਲੇ ਬੰਦਾ ਢਾਹ ਕੇ ਗੋਡੇ ਥੱਲੇ ਦੇ ਕੇ ਉਹਦੀ ਧੌਣ ਨੱਪ ਕੇ ਬੰਦਾ ਮਾਰ ਦਿੰਦੇ ਤੇ ਸਾਰੀ ਦੁਨੀਆ 'ਚ
ਬਲੈਕ ਲਾਈਵਸ ਮੈਟਰ ਦੀ ਮੁਹਿੰਮ ਚੱਲ ਪੈਂਦੀ ਹੈ, ਬੁੱਤ ਤੋੜਨੇ ਸ਼ੁਰੂ ਹੋ ਜਾਂਦੇ ਆ। ਇਹ ਕਿੰਨੀ ਵਾਰ ਹੋਇਆ? ਮਾਰਟਨ ਲੂਥਰ ਕਿੰਗ ਤੋਂ ਬਾਅਦ ਹੁਣ ਤੱਕ ਕਿੰਨੀ ਵਾਰ ਹੋ ਗਿਆ? 233 ਸਾਲ ਹੋ ਗਏ ਅਮਰੀਕਾ 'ਚ ਸੁਪਰੀਮ ਕੋਰਟ ਬਣੀ ਨੂੰ। ਪਹਿਲੀ ਵਾਰ ਇੱਕ ਗੈਰ ਗੋਰੀ ਕੁੜੀ ਨੂੰ ਉੱਥੇ ਜੱਜ ਬਣਨ ਦਾ ਮੌਕਾ ਮਿਲਿਆ। ਇਹ ਵਿਤਕਰੇ ਜਿਹੜੇ ਉੱਥੇ ਉਹਦੇ ਆਪਣੇ ਘਰ 'ਚ ਹੁੰਦੇ ਆ, ਆਪ ਨਾ ਵੰਜੇ ਸਹੁਰੀ ਤੇ ਲੋਕਾਂ ਮੱਤੀ ਦੇ। ਜਿਹਨੇ ਆਪ ਆਪਣਾ ਮੁਲਕ ਅੱਜ ਤੱਕ ਸੰਭਾਲਿਆ ਨਹੀਂ। ਵਿਤਕਰੇ ਧਰਮ ਦੇ ਨਾਂ ਤੇ ਵੀ ਹੁੰਦੇ ਆ, ਨਸਲ ਦੇ ਨਾਂ ਤੇ ਵੀ ਹੁੰਦੇ ਆ। ਜੱਜਾਂ ਦੀਆਂ ਪੋਸਟਾਂ ਵੀ ਖੁੱਲ੍ਹੇ ਤੌਰ ਦੇ ਉੱਤੇ ਰਾਜਨੀਤਿਕ ਪੱਖ ਤੋਂ ਅਪਾਇੰਟ ਕੀਤੀਆਂ ਜਾਂਦੀਆਂ ਕਿ ਇੰਨੇ ਜੱਜ ਜਿਹੜੇ ਔਰ ਡੈਮੋਕ੍ਰੈਟਿਕ ਪਾਰਟੀ ਦੇ ਆ ਤੇ ਇੰਨੇ ਰਿਪਬਲਿਕਨ ਦੇ ਨੇ। ਜੱਜ ਨਹੀਂ ਰਹਿ ਗਏ, ਸਿਆਸੀ ਪਾਰਟੀਆਂ ਦੇ ਨੁਮਾਇੰਦੇ ਬਣ ਕੇ ਬਹਿਣ ਲੱਗ ਪਏ। ਜਿਹੜੇ ਅਮਰੀਕਾ 'ਚ ਆਪਣੇ ਕੋਲ ਇੰਨਾ ਕੁਛ ਹੁੰਦਾ, ਉਹਨੂੰ ਘੱਟੋ ਘੱਟ ਭਾਰਤ ਬਾਰੇ ਇਸ ਤਰ੍ਹਾਂ ਦੀ ਗੱਲ ਕਹਿਣ ਤੋਂ ਪਹਿਲਾਂ 10 ਵਾਰ ਸੋਚਣਾ ਚਾਹੀਦਾ ਸੀ। ਮੈਂ ਫਿਰ ਇਹ ਆਖਾਂ ਕਿ ਸਾਡੇ ਦੇਸ਼ ਵਿੱਚ ਹਾਲਾਤ ਚੰਗੇ ਨਹੀਂ ਜੀ। ਸਾਨੂੰ ਇਸ ਗੱਲ ਦੀ ਸ਼ਰਮ ਆਉਂਦੀ ਹੈ ਕਿ ਸਾਡੇ ਦੇਸ਼ 'ਚ ਹਾਲਾਤ ਚੰਗੇ ਨਹੀਂ। ਪਰ ਜੋ ਵੀ ਹੋਵੇ, ਅਸੀਂ ਇਹਨੂੰ ਹੰਢਾਈਏ, ਅਸੀਂ ਇਹਨੂੰ ਮਾਣੀਏ ਜਾਂ ਫਿਰ ਅਸੀਂ ਇਹਨੂੰ ਭੁਗਤੀਏ। ਇਹ ਸਾਡਾ ਨਸੀਬਾ। ਅੱਜ ਦੀ ਦੁਨੀਆ ਦੇ ਵਿੱਚ ਦੁਨੀਆ ਦੇ ਕਿਸੇ ਵੀ ਦੇਸ਼ ਨੂੰ ਬਾਕੀ ਦੁਨੀਆ ਦੀ ਠਾਣੇਦਾਰੀ ਨਹੀਂ ਮਿਲੀ ਕਿ ਉੱਥੇ ਜਾ ਕੇ ਦਖਲ ਦਿੰਦਾ ਪਵੇ। ਅਮਰੀਕਾ ਸਾਡੀ ਕਲਾਸ ਦਾ ਮਨੀਟਰ ਨਹੀਂਗਾ ਕਿ ਉਹ ਆ ਕੇ ਸਾਨੂੰ ਆਖੇ ਆ ਕਰੋ ਤੇ ਆ ਨਾ ਕਰੋ ਜੀ। ਭਾਰਤ ਹੈ। ਭਾਰਤ ਦੇ ਮਾਮਲਿਆਂ 'ਚ ਇੱਦਾਂ ਦੀ ਗੱਲ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ। ਉਹ ਆਪਣੇ ਵਾਲਾ ਘਰ ਸਾਫ਼ ਕਰ ਲੈਣ, ਅਸੀਂ ਆਪਣਾ ਕਰਾਂਗੇ। ਕੋਸ਼ਿਸ਼ ਅਸੀਂ ਕਰਦੇ ਪਏ ਹਾਂ, ਜੋ ਹੋਵੇਗਾ ਵੇਖਾਂਗੇ। ਪਰ ਕਿਸੇ ਬਾਹਰਲੇ ਨੂੰ ਦਖਲ ਇੱਦਾਂ ਦਾ ਦੇਣ ਤੋਂ ਥੋੜ੍ਹਾ ਜਿਹਾ ਗੁਰੇਜ਼ ਕਰਨਾ ਚਾਹੀਦਾ। ਪੰਜ ਸਾਹਿਬ, ਉੱਧਰ ਜੇਕਰ ਹਰਿਆਣੇ ਦੀ ਗੱਲ ਕਰੀਏ ਤਾਂ ਮਨੋਹਰ ਲਾਲ ਖੱਟਰ ਹੋਰਾਂ ਨੇ ਗ੍ਰਹਿ ਮੰਤਰਾਲੇ ਨੂੰ ਇੱਕ ਚਿੱਠੀ ਲਿਖੀ ਆ। ਉਹ ਕਹਿੰਦੇ ਸਾਨੂੰ ਵੱਖਰੀ ਹਾਈ ਕੋਰਟ ਦਿਓ। ਇਹ ਮਸਲਾ ਪਹਿਲੀ ਵਾਰ ਉੱਠਿਆ ਜਾਂ ਤੋਂ ਪਹਿਲਾਂ ਵੀ ਕਦੀ ਗੱਲ ਹੋਈ ਸੀ, ਤੇ ਉੱਠਿਆ ਕਿਉਂ ਲੱਗਦਾ? ਉਹ ਕਈ ਵਾਰ ਉੱਠਿਆ। ਪੰਜਾਬ ਹਰਿਆਣਾ ਹਾਈ ਕੋਰਟ ਦੋਵਾਂ ਦੀ ਸਾਂਝੀ ਹੈ, ਪਰ ਇਹ ਉਦੋਂ ਦੀ ਬਣੀ ਆ ਜਦੋਂ ਅਜੇ ਪੰਜਾਬ ਇਕੱਠਾ ਹੁੰਦਾ ਸੀ ਜੀ। ਉਦੋਂ ਤੇ ਪੰਜਾਬ ਹਰਿਆਣਾ ਹਾਈ ਕੋਰਟ ਨਹੀਂ ਸੀ। ਹੁਣ ਇਹਦੇ ਵਿੱਚ ਚੰਡੀਗੜ੍ਹ ਵੀ ਆ। ਅਸੀਂ ਉਹ ਵੀ ਦਿਨ ਵੇਖੇ ਆ ਜਦੋਂ 12-13 ਜੱਜ ਸੀ, ਤੇ ਹੁਣ ਉਹ ਵੀ ਹੈ ਜਦੋਂ 40 ਨੂੰ ਟੱਪੇ ਨੇ। ਇਹ ਜਿਹੜੇ ਸਮੇਂ ਦੇ ਨਾਲ ਨਾਲ ਬਹੁਤ ਕੁਝ ਹੋਇਆ। ਉਹਦੇ 'ਚ ਜੇ ਹਰਿਆਣੇ ਵਾਲੇ ਕਹਿੰਦੇ ਆ ਕਿ ਇੱਕ ਹਾਈ ਕੋਰਟ ਹੁੰਦਿਆਂ ਬਹੁਤ ਪਾਸਿਆਂ ਤੋਂ ਕੰਮਾਂ ਦਾ, ਕੇਸਾਂ ਦਾ ਬੋਝ ਪੈਂਦਾ ਤੇ ਇਹਨਾਂ ਦਾ ਕੇਸਾਂ ਦਾ ਬੋਝ ਨਿਪਟਾਇਆ ਨਹੀਂ ਜਾਂਦਾ, ਇੱਕ ਦੇ ਵਜ੍ਹਾ ਦੇ 2 ਹਾਈ ਕੋਰਟਾਂ ਕਰ ਲਓ। ਸਵਾਲ ਇਹ ਹੈ ਕਿ ਵੱਖਰੀ ਹਾਈ ਕੋਰਟ ਬਣਾਉਣੀ ਹੈ ਤੇ ਬਣਾਉਣੀ ਕਿੱਥੇ ਆ? ਜੀ। ਇਹ ਕਹਿੰਦੇ ਅਸੀਂ ਆਪਣੀ ਬਿਲਡਿੰਗ ਬਣਾਉਣੀ ਆ, ਤੇ ਚੰਡੀਗੜ੍ਹ ਦੇ ਵਿੱਚ ਵਾਤਾਵਰਨ ਨਾਲ ਜੁੜੇ ਲੋਕ ਵੀ ਵਿਰੋਧ ਕਰਦੇ। ਜਿਹੜਾ ਆਰਕੀਟੈਕਚਰ ਦਾ ਪਲਾਨ ਹੈ, ਉਸ ਪਲਾਨ ਦੇ ਵਿੱਚ ਵੀ ਇਹੋ ਜਿਹੀ ਕੋਈ ਥਾਂ ਨਹੀਂ ਰੱਖੀ ਗਈ ਜਿੱਥੇ ਕੋਈ ਨਵੀਂ ਹਾਈ ਕੋਰਟ ਬਣਾਈ ਜਾ ਸਕੇ। ਇਹ ਸਾਰੇ ਪਲਾਨ ਨੂੰ ਚੇਂਜ ਕਰਨਾ ਬਹੁਤ ਔਖਾ ਹੋ ਜਾਊਗਾ। ਬਿਲਕੁਲ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਾਹਿਬ ਦੀਆਂ ਭਾਵਨਾਵਾਂ ਕੁਝ ਵੀ ਹੋਣ, ਇਹਦੇ ਨਾਲ ਚੰਡੀਗੜ੍ਹ ਨਾਲ ਬਹੁਤ ਸਾਰੀਆਂ ਗੱਲਾਂ ਜੁੜੀਆਂ ਨੇ, ਕਾਨੂੰਨੀ ਤੌਰ ਤੇ, ਤਕਨੀਕੀ ਤੌਰ ਤੇ ਤੇ ਵਿਰਾਸਤ ਦੇ ਤੌਰ ਤੇ। ਉਹ ਸਾਰੀਆਂ ਨੂੰ ਸੋਚ ਕੇ ਫਿਰ ਆਰਾਮ ਨਾਲ ਠੰਡੇ ਮਨ ਨਾਲ ਗੱਲ ਕਰਨੀ ਚਾਹੀਦੀ ਹੈ। ਪਿਛਲੀਆਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਹਵਾ ਵਿੱਚ ਤਲਵਾਰਾਂ ਘੁਮਾਉਣ ਦਾ ਯਤਨ ਕੀਤਾ ਗਿਆ ਜੀ, ਇੱਥੋਂ ਤੱਕ ਕਿ ਪਿਛਲੇ ਸਾਲ ਤਾਂ ਇੱਕ ਵਾਰੀ ਜਿਹੜਾ ਹਰਿਆਣਾ ਦੀ ਵਿਧਾਨ ਸਭਾ ਦਾ ਸਪੀਕਰ ਸੀ, ਉਹਨੇ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਨੂੰ ਚਿੱਠੀ ਲਿਖ ਦਿੱਤੀ ਕਿ ਸਾਰਾ ਕੁਝ 60-40 ਨਾਲ ਵੰਡਿਆ, ਤੇ ਜਿਹੜੇ ਵਿਧਾਨ ਸਭਾ ਦੀ ਬਿਲਡਿੰਗ ਆ ਇਹਦੇ ਵਿੱਚ ਸਾਨੂੰ 40% ਨਹੀਂ ਮਿਲਿਆ, ਘੱਟ ਬਣਦਾ। ਤੇ ਸਾਡੇ ਵਾਲੇ ਨੇ ਉਦੋਂ ਫੀਤੇ ਨਾਲ ਮਿਣ ਕੇ ਆਪਣੇ ਅਫਸਰਾਂ ਤੋਂ ਗਿਣਤੀ ਕਰਵਾ ਕੇ ਤੇ ਉਹਨੂੰ ਸੁਨੇਹਾ ਭੇਜਿਆ ਸੀ ਕਿ ਇੰਨੇ ਤੇ ਤੁਹਾਨੂੰ ਮਿਲ ਗਿਆ ਤੇ ਹੋਰ ਤੁਹਾਨੂੰ ਕੀ ਚਾਹੀਦਾ। ਇਹ ਇੱਦਾਂ ਦੇ ਨਿੱਕੇ ਨਿੱਕੇ ਵਿਵਾਦ ਖੜੇ ਨਹੀਂ ਕਰਨੇ ਚਾਹੀਦੇ। ਪਤਾ ਨਹੀਂ ਕਿਉਂ ਮਨੋਹਰ ਲਾਲ ਖੱਟਰ ਹੋਰੀ ਕਰਦੇ। ਬਣਾਉਣੀ ਆਪਣੀ ਹਾਈ ਕੋਰਟ ਬਣਾ ਲੈਣ, ਪੰਜਾਬ ਦਾ ਕੋਈ ਨੁਕਸਾਨ ਨਹੀਂ ਹੋਣਾ ਜੀ, ਪਰ ਬਣਾਉਣ ਲੱਗਿਆ ਉਹਨਾਂ ਦਾ ਜ਼ੋਰ ਸਾਰਾ ਲੱਗ ਜਾਣਾ। ਪੰਜ ਸਾਹਿਬ, ਇੱਕ ਮਸਲਾ ਹੋਰ ਬੜਾ ਗੰਭੀਰ ਹੈ, ਉਹ ਹੈ ਠੱਗਾਂ, ਜਿਹੜੇ ਠੱਗਦੇ ਪਏ ਟਰੈਵਲ ਏਜੰਟ। ਨੌਜਵਾਨ ਬਾਹਰ ਜਾਣਾ ਚਾਹੁੰਦੇ ਆ, 2 ਨੰਬਰ ਦੇ ਵਿੱਚ ਕੋਈ ਲੈ ਕੇ ਜਾ ਰਿਹਾ, ਕੋਈ ਕਿਤੇ ਲਾ ਦਿੰਦਾ ਹੈ। ਸਰਕਾਰ ਨੂੰ ਇਸ ਮਾਮਲੇ 'ਤੇ ਹੁਣ ਕੀ ਕਰਨਾ ਚਾਹੀਦਾ? ਕਿਉਂਕਿ ਲੰਬੇ ਸਮੇਂ ਤੋਂ ਕੇਸ ਚੱਲਦੇ ਆ ਰਿਹਾ, ਅਖਬਾਰਾਂ 'ਚ ਕੋਈ ਇਸ਼ਤਿਹਾਰ ਆਉਂਦੇ ਆ, ਤੁਸੀਂ ਇੱਥੇ ਜਾਓ, ਇੰਨੇ ਪੈਸੇ ਮਿਲਣਗੇ, ਇੰਨੀ ਤੁਹਾਡੀ ਤਨਖਾਹ ਹੋਏਗੀ, ਲੋਕ ਉਹਦੇ ਵਿੱਚ ਆ ਜਾਂਦੇ ਆ। ਪਰ ਹੁਣ ਕੀ ਕਰਨਾ ਚਾਹੀਦਾ ਸਰਕਾਰ ਨੂੰ? ਦੇਖੋ, ਅਜੇ 2-3 ਦਿਨ ਪਹਿਲਾਂ ਅਮਰੀਕਾ 'ਚ ਆਉਂਦਾ ਇੱਕ ਟਰੱਕ ਫੜਿਆ ਗਿਆ ਅਮਰੀਕਾ ਦੇ ਦੱਖਣੀ ਬਾਰਡਰ 'ਤੇ। ਉਸ ਟਰਾਲੇ ਦੇ ਵਿੱਚੋਂ
ਸ਼ਾਇਦ 46 ਲਾਸ਼ਾਂ ਨਿਕਲੀਆਂ ਜੀ। ਇੰਨੀਆਂ ਲਾਸ਼ਾਂ ਵਿੱਚ ਪਾਣੀ ਪੀਣ ਵਾਸਤੇ ਵੀ ਕੋਈ ਪ੍ਰਬੰਧ ਨਹੀਂ, ਘੁੱਟ ਪਾਣੀ ਦੀ ਨਹੀਂ, ਕਿਸੇ ਪਾਸੇ ਹਵਾ ਆਉਣ ਨੂੰ ਨਹੀਂ, ਇੰਨੇ ਲੋਕ ਮਰ ਗਏ, ਕੁਝ ਜ਼ਖਮੀ ਵੀ ਹੋਏ, ਹਸਪਤਾਲ ਦਾਖਲ ਕਰਾਏ। ਕੱਲ ਫੇਰ ਹੋਏ ਤੇ ਅੱਜ ਫੇਰ ਖਬਰ ਆ ਗਈ ਹੈ ਕਿ 6 ਜਣੇ ਹੋਰ ਬਾਰਡਰ ਟੱਪਦੇ ਮਾਰੇ ਗਏ। ਉੱਥੇ ਲੋਕ ਬਾਰਡਰ ਟੱਪਦੇ ਆ ਇਹ ਸੋਚ ਕੇ ਟੱਪਦੇ ਆ ਕਿ ਜੇ ਇੱਕ ਵਾਰੀ ਟੱਪ ਕੇ ਗਾਹ ਚਲੇ ਗਏ ਤੇ ਮੁੜ ਕੇ ਸਵਰਗ ਹੀ ਸਵਰਗ ਆ, 4 ਦਿਨ ਤਰੀਕਾਂ ਭੁਗਤ ਕੇ ਤੇ ਉੱਥੋਂ ਦੇ ਸਿਟੀਜ਼ਨ ਬਣ ਜਾਗੇ, ਪੋਲੀਟੀਕਲ ਸ਼ਰਨ ਲੈ ਲਾਂਗੇ। ਤੇ ਜੇ ਨਹੀਂ ਤੇ ਪਿੱਛੇ ਵੀ ਸਭ ਕੁਝ ਗਵਾ ਕੇ ਆਏ, ਪੈਲੀ ਬੰਨਾ ਤਾਂ ਵੇਚ ਆਏ ਆ, ਮੌਤ ਹੀ ਮੌਤ ਆ, ਮਰਨਾ ਉੱਥੇ ਮਰਨਾ ਇੱਥੇ ਮਰ ਜੋ ਲੋਕ ਇੱਦਾਂ ਜਾਣ ਡਏ। ਸਾਡੇ ਪੰਜਾਬ ਦੇ ਕਿੰਨੇ ਗੱਭਰੂ 300 ਤੋਂ ਵੱਧ ਮਾਲਟਾ ਦੇ ਠੰਡੇ ਪਾਣੀਆਂ 'ਚ ਇੱਕ ਕਿਸ਼ਤੀ ਡੁੱਬ ਕੇ ਮਾਰੇ ਗਏ ਸਨ। ਜੀ ਜੀ। ਉਹਨਾਂ ਦੀਆਂ ਅੱਜ ਤੱਕ ਹੱਡੀਆਂ ਨਹੀਂ ਮਿਲੀਆਂ ਤੇ ਉਹ ਭੇਜੇ ਸੀ ਜਿਹੜੇ ਟਰੈਵਲ ਏਜੰਟਾਂ ਨੇ, ਉਹਨਾਂ ਦਾ ਅਜੇ ਕੋਈ ਖਾਸ ਨੁਕਸਾਨ ਨਹੀਂ ਹੋਇਆ। ਉਹਨਾਂ ਪੈਸਾ ਬਥੇਰਾ ਕਮਾਇਆ ਸੀ, ਜਿੱਦਾਂ ਕਮਾਇਆ ਸੀ ਉਹਦੇ 'ਚੋਂ ਦਸਵੰਧ ਉੱਪਰ ਚੜਾ ਕੇ ਤੇ ਉਹ ਆਪਣਾ ਬਚਾਅ ਕਰਨ 'ਚ ਕਾਮਯਾਬ ਰਹੇ। ਹੁਣ ਫਿਰ ਪੰਜਾਬ ਦੇ ਬੱਚੇ ਬਾਹਰ ਜਾ ਰਹੇ ਆ, ਬਾਹਰ ਜਾਂਦਿਆਂ ਰਸਤੇ 'ਚ ਮਰ ਰਹੇ ਆ, ਜੰਗਲਾਂ 'ਚ ਖਪ ਰਹੇ ਆ, ਉਹਨਾਂ ਨਾਲ ਬਹੁਤ ਜ਼ਿਆਦਤੀਆਂ ਹੋ ਰਹੀਆਂ। ਕਈ ਵਾਰੀ ਤਾਂ ਟਰੈਵਲ ਏਜੰਟ ਆਪ ਉਹਨਾਂ ਨੂੰ ਰਾਹ 'ਚ ਮਰਵਾ ਦਿੰਦੇ ਆ। ਘਰਦਿਆਂ ਨੂੰ ਆਖਿਆ ਜਾ ਸਕੇ ਕਿ ਤੁਹਾਡੇ ਮੁੰਡੇ ਤੇ ਇੰਨੇ ਪੈਸੇ ਖਰਚ ਦਿੱਤੇ ਸੀ, ਮੁੰਡਾ ਰਾਹ ਜਾ ਕੇ ਬਿਮਾਰ ਹੋ ਗਿਆ, ਮਰ ਗਿਆ, ਜੰਗਲ 'ਚੋਂ ਲੰਘਦਾ ਸੀ, ਸ਼ੇਰ ਖਾ ਗਿਆ। ਪਰ ਸ਼ੇਰ ਨਹੀਂ ਖਾਂਦੇ, ਜਿਨ੍ਹਾਂ ਦੇ ਸ਼ੇਰ ਐ ਇਸ ਗੰਦੇ ਕੰਮ ਦੇ ਵਿੱਚ, ਬਿਲਕੁਲ, ਉਹ ਖਾ ਜਾਂਦੇ ਆ। ਇਹਨਾਂ ਦੇ ਉੱਤੇ ਪੰਜਾਬ ਸਰਕਾਰ ਨੂੰ ਸਖਤੀ ਕਰਨੀ ਚਾਹੀਦੀ ਆ। ਅੱਗੇ ਜਿੰਨੀ ਵਾਰੀ ਸਖਤੀ ਕਰਨ ਲੱਗਦੀ ਪੰਜਾਬ ਸਰਕਾਰ, ਗਲਤ ਇਹ ਕਰਦੇ ਆ ਕਿ ਜਿਹੜੇ ਲਾਇਸੈਂਸੀ ਟਰੈਵਲ ਏਜੰਟ ਨੇ, ਜਿਹੜੇ ਬੱਚਿਆਂ ਨੂੰ ਬਾਹਰ ਨਹੀਂ ਭੇਜਦੇ, ਟਿਕਟਾਂ ਦਾ ਕੰਮ ਕਰਦੇ ਆ, ਟੂਰ ਐਂਡ ਟਰੈਵਲ ਵਾਲੀਆਂ ਕੰਪਨੀਆਂ ਨਾਲ ਜੁੜੇ ਆ, ਰੈਪੂਟੇਸ਼ਨ ਵਾਲੇ ਆ, ਉਹਨਾਂ ਦੇ ਦਫ਼ਤਰਾਂ 'ਚ ਜਾ ਕੇ ਹੱਲਾ ਗੁੱਲਾ ਕਰ ਦਿੰਦੇ ਆ। ਤੇ ਜਿਹੜੇ ਠੱਗ ਟਰੈਵਲ ਏਜੰਟ ਆ, ਉਹਨਾਂ ਦੇ ਦਫ਼ਤਰ 'ਚ ਸ਼ਾਮ ਨੂੰ ਜਾ ਕੇ 2 ਪੈਗ ਲਾ ਕੇ ਜੇਬ ਗਰਮ ਕਰਕੇ ਮੁੜ ਆਉਂਦੇ ਆ। ਉਹ ਕੰਮ ਨਹੀਂ ਹੋਣਾ ਚਾਹੀਦਾ। ਕੜਿੱਕੀ ਚੋਰਾਂ ਨੂੰ ਪੈਣੀ ਚਾਹੀਦੀ ਆ, ਸ਼ਰੀਫਾਂ ਨੂੰ ਤੰਗ ਨਹੀਂ ਕਰਨਾ ਚਾਹੀਦਾ। ਬਿਲਕੁਲ ਸਹੀ ਗੱਲ ਹੈ ਪਨੂ ਸਾਹਿਬ, ਮਸਲਾ ਬਹੁਤ ਗੰਭੀਰ ਹੈ, ਤੁਸੀਂ ਚੁੱਕਿਆ। ਬਾਕੀ ਸਾਰੀਆਂ ਖਬਰਾਂ ਤੁਸੀਂ ਚਰਚਾ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਣਾ ਹੈ। ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।